वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, 2 ਦਿਨ ਪਹਿਲਾਂ ਦੀ ਖਬਰ ਹੈ ਜਦੋਂ ਸਾਡੇ ਸਾਰਿਆਂ ਦੇ ਸਾਹਮਣੇ ਆਇਆ ਕਿ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਇੱਕ ਘਟਨਾ ਸਾਡੇ ਸਾਹਮਣੇ ਆਈ ਹੈ कि पुलिस दी वैन दे उपर एक वीडियो देखी गई जिहदे विच ये गल सामने आई कि पुलिस दी वैन दे उपर एक औरत नूं बिठा के उहनूं 3 किलोमीटर तक जिहड़ा हैगा उत्थे घुमाया गया। बाद दे विच जदों वो वैन मुड़दी है तां वो जिहड़ी औरत हैगी है वो वैन दे उपरों डिगदे ने ते डिग के उन्हां दे सिर ते भी सੱਟ लगदी है ते अदरवाइज़ भी जिहड़ियां सੱਟਾਂ हैगीਆਂ उन्हां नूं लगदियां ने। ਇਹ ਮਾਮਲਾ ਸੀ ਜਦੋਂ ਅਸੀਂ ਦੇਖਿਆ ਇਹਦੀ ਡਿਟੇਲ ਦੇ ਵਿੱਚ ਮੀਡੀਆ ਦੇ ਵਿੱਚ ਚਾਰੇ ਪਾਸੇ ਆਇਆ ਹੈਗਾ। ਮੈਂ ਬਹੁਤੀ ਡਿਟੇਲ ਦੇ ਵਿੱਚ ਨਾ ਜਾਵਾਂ ਕਿ ਉਹਨਾਂ ਦੇ ਹਸਬੈਂਡ ਨੂੰ ਕਿਸੇ ਕੇਸ ਦੇ ਵਿੱਚ ਗ੍ਰਿਫਤਾਰ ਕਰਨ ਜਾਂਦੀ ਹੈ ਪੁਲਿਸ, ਜਦੋਂ ਰੋਕਦੇ ਆ ਤੇ ਇਹ ਜਿਹੜੀ ਘਟਨਾ ਹੈਗੀ ਹੈ ਵਾਪਰਦੀ ਹੈ। ਇੱਕ ਸਿੱਧਾ ਜਿਹਾ ਜਿਹੜਾ ਸਵਾਲ ਉੱਠਦਾ ਵੀ ਪੁਲਿਸ ਜਿਹੜੀ ਲੋਕਾਂ ਦੀ ਜਨਤਾ ਦੀ ਸੇਵਾ ਦੇ ਲਈ ਹੁੰਦੀ ਹੈ ਉਹਦੇ ਵੱਲੋਂ ਇਹੋ ਜਿਹਾ ਵਰਤਾਰਾ ਕਰਨਾ ਕਿੰਨਾ ਕੁ ਜਾਇਜ਼ ਹੈ। एक होर जिहड़ा मामला ह्यूमन शील्ड का असीं कश्मीर दे विच पिछले साल दे विच जदों असीं देखिया कि उत्थे मेजर गोगोई वल्लों एक कश्मीरी नौजवान नूं बोनट दे उत्ते बिठा के ह्यूमन शील्ड के तौर पर वरत्या गया सी कि फौज के उत्ते जिहड़ी पत्थरबाजी है वो ना हो सके। सो कि इत्थे भी उही फिनोमिना वरत्या गया, उही जिहड़ा रूल हैगा वो लागू हुंदा या लोगों के मनां दे विच एक दहशत का माहौल, एक डर का माहौल पाउण दे लई जिहड़ी इदां दी कार्रवाई हैगी है वो कीती गई है। सो इन्हां सवालों के नाल इस केस की जिहड़ी डिटेल हैगी है ਉਹਦੇ ਤੇ ਗੱਲਬਾਤ ਕਰਾਂਗੇ ਤੇ ਓਵਰਆਲ ਜਿਹੜਾ ਮਾਹੌਲ ਬਣਿਆ ਹੋਇਆ ਜਾਂ ਪੰਜਾਬ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਉਹਦੇ ਤੇ ਜਿਹੜੇ ਸਵਾਲ ਉੱਠਦੇ ਨੇ ਇਸ ਦੇ ਬਾਰੇ ਅੱਜ ਗੱਲਬਾਤ ਦੇ ਲਈ ਸਾਡੇ ਨਾਲ ਪੰਜਾਬ ਤੋਂ ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਬਲਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਜਦੋਂ ਅਸੀਂ ਇਹਦੀਆਂ ਡਿਟੇਲਸ ਦੇਖਦੇ ਹਾਂ ਤਾਂ ਕੀ ਲੱਗਦਾ ਕਿੱਥੇ ਇੱਕ ਪਾਸੇ ਜਿਹੜੀ ਪੁਲਿਸ ਸੇਵਾ ਦੇ ਵਿੱਚ ਹੈ ਉਹਦੇ ਵੱਲੋਂ ਇਹ ਵਰਤਾਰਾ ਜਿਹੜਾ ਹੈਗਾ ਇਹ ਘਟਨਾਕ੍ਰਮ ਅਸੀਂ ਦੇਖਦੇ ਹਾਂ ਕਿ ਕਿਵੇਂ ਘੁਮਾਇਆ ਗਿਆ 3 ਕਿਲੋਮੀਟਰ ਤੱਕ, ਫਿਰ ਜਦੋਂ ਡਿੱਗਦੇ ਨੇ ਤਾਂ ਸੱਟਾਂ ਵੀ ਲੱਗੀਆਂ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਉੱਪਰ ਹੀ ਜਿਹੜਾ ਕੇਸ ਹੈਗਾ ਉਹ ਦਰਜ ਕਰ ਦਿੱਤਾ ਜਾਂਦਾ। ਜਦੋਂ ਉਹ ਪੀੜਤ ਔਰਤ ਕੇਸ ਆਪਣਾ ਰਜਿਸਟਰ ਕਰਵਾਉਣ ਦੀ ਗੱਲ ਕਰਦੇ ਆ ਤਾਂ ਅਣਪਛਾਤੀ ਜਿਹੜੀ ਪੁਲਿਸ ਹੈਗੀ ਹੈ ਉਹਨੂੰ ਨਾਮਜ਼ਦ ਕੀਤਾ ਜਾਂਦਾ, ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਜਾਂਦੀ ਹੈ ਅਣਪਛਾਤੀ ਪੁਲਿਸ। ਤੇ ਸੈਕੰਡਲੀ ਉਹਨਾਂ ਵੱਲੋਂ ਹੁਣ ਅੱਜ ਦੀ ਜਿਹੜੀ ਲੇਟੈਸਟ ਉਹ ਹੈਗੀ ਹੈ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਗਿਆ। ਸੋ ਕੀ ਕਹਿਣਾ ਚਾਹੋਗੇ ਇਸ ਸਾਰੇ ਵਰਤਾਰੇ ਬਾਰੇ ਤੇ ਓਵਰਆਲ ਜਦੋਂ ਅਸੀਂ ਪੰਜਾਬ ਪੁਲਿਸ ਦਾ ਜਿਹੜਾ ਰਵੱਈਆ ਹੈਗਾ ਲੋਕਾਂ ਦੇ ਪ੍ਰਤੀ ਉਹਦੀ ਗੱਲ ਕਰਦੇ ਹਾਂ? ਇਹਦੀ ਅਸਲ ਵਿੱਚ ਇਸ ਮਾਮਲੇ ਦੀ ਤੰਦ ਵੀ ਜਿਹੜੀ ਆ ਇਹ ਪੰਜਾਬ ਦੇ ਉਸ ਖੂਨੀ ਦੌਰ ਦੇ ਨਾਲ ਜੁੜਦੀ ਹੈ ਜਦੋਂ ਪੰਜਾਬ ਦੇ ਵਿੱਚ ਪੁਲਿਸ ਰਾਜ ਸੀ। ਸਿੱਧੇ ਢੰਗ ਨਾਲ ਅਸਲ ਵਿੱਚ ਬੇਸ਼ੱਕ ਕਿਹਾ ਜਾਂਦਾ ਸੀਗਾ ਕਿ ਇੱਥੇ ਗਵਰਨਰੀ ਰਾਜ ਆ ਜਾਂ ਚੁਣੀ ਹੋਈ ਸਰਕਾਰ ਆ ਜੀ, ਪਰ ਸਿੱਧੇ ਤੌਰ ਦੇ ਉੱਤੇ ਰਾਜ ਜਿਹੜਾ ਕਿ ਪੁਲਿਸ ਨੇ ਮਾਣਿਆ ਲੰਮੇ ਸਮੇਂ ਤੱਕ, ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਗਈ ਸੀਗੀ ਸੈਂਟਰ ਵੱਲੋਂ ਕਿ ਜੋ ਵੀ ਚਾਹੇ ਕਿਸੇ ਨਾਲ ਜੋ ਵੀ ਚਾਹੇ ਉਹ ਕਰ ਸਕਦੀ ਆ। ਤੇ ਇਹ ਜਿਵੇਂ ਕਹਾਵਤ ਹੈ ਨਾ ਕਿ ਬਘਿਆੜ ਦੇ ਮੂੰਹ ਨੂੰ ਖੂਨ ਲੱਗਾ ਹੋਵੇ ਜੀ, ਤੇ ਉਹਦੀ ਆਦਤ ਜਿਹੜੀ ਆ ਉਹ ਫਿਰ ਛੇਤੀ ਨਹੀਂ ਜਾਂਦੀ। ਇਹ ਅੱਜ ਵੀ 1992 ਦੇ ਦੌਰ ਤੋਂ ਬਾਅਦ ਕਈ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਇੱਥੇ ਆ ਚੁੱਕੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਲੋਕਤੰਤਰੀ ਤਰੀਕੇ ਨਾਲ ਚੁਣੀਆਂ ਗਈਆਂ ਜੀ। ਇਹਦੇ ਬਾਵਜੂਦ ਜਿਹੜਾ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਆ, ਲੋਕਤੰਤਰ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਉਹਨਾਂ ਦੀ ਕੋਈ ਵੀ ਇੱਥੇ ਪੁੱਛ ਪ੍ਰਤੀਤ ਨਹੀਂ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਪਰਿਵਾਰ ਦੇ ਨਾਲ ਇਹ ਧੱਕਾ ਪੁਲਿਸ ਵੱਲੋਂ ਕੀਤਾ ਗਿਆ ਤੇ ਜਿਸ ਔਰਤ ਨੂੰ ਬਲੈਰੋ ਗੱਡੀ ਦੀ ਛੱਤ ਦੇ ਉੱਤੇ ਪਾ ਕੇ ਜਿਹੜਾ ਕਿ ਘੁਮਾਇਆ ਗਿਆ, ਉਸ ਬੀਬੀ ਦਾ ਸਹੁਰਾ ਜਿਹੜਾ ਕਿ ਉਹ ਪਿੰਡ ਦਾ ਸਾਬਕਾ ਸਰਪੰਚ ਆ। ਤੇ ਸਿਰਫ ਇੰਨਾ ਹੀ ਨਹੀਂ ਆ ਕਿ ਉਸ ਬੀਬੀ ਦਾ ਸਹੁਰਾ ਜਿਹੜਾ ਉਹਦਾ ਦੋਸਤ ਇੱਕ ਕਾਂਗਰਸ ਦਾ ਲੀਡਰ ਹੈ ਜਿਹਦੀ ਸਰਕਾਰ ਹੈ ਇਸ ਵੇਲੇ
ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ, ਤੇ ਉਹਦੇ ਸਹੁਰੇ ਦੇ ਦੋਸਤ ਨੇ ਇਹ ਬਿਆਨ ਦਿੱਤਾ ਕਿ ਮੇਰਾ ਜਿਹੜਾ ਕਿਸੇ ਨਾਲ ਇੱਟਾਂ ਦੇ ਭੱਠੇ ਦਾ ਵਿਵਾਦ ਚੱਲਦਾ, ਜਿਹਦੇ ਵਿੱਚ ਇਹ ਪਰਿਵਾਰ ਜਿਹੜਾ ਕਿ ਮੇਰੇ ਨਾਲ ਆ, ਤੇ ਇਸ ਪਰਿਵਾਰ ਦੇ ਉੱਤੇ ਇਹਦੇ ਕਰਕੇ ਜਾਣਬੁੱਝ ਕੇ ਦੂਜੀ ਧਿਰ ਵੱਲੋਂ ਪੁਲਿਸ ਦੇ ਰਾਹੀਂ ਜਿਹੜਾ ਕਿ ਦਬਾਅ ਪਾਇਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਆ ਉਹ ਇੱਕ ਗੁੰਡਾ ਗਰੋਹ ਦਾ ਰੋਲ ਜਿਹੜਾ ਕਿ ਅਦਾ ਕਰ ਰਹੀ, ਜਿਵੇਂ ਕਿ ਕਿਸੇ ਵੀ ਆਮ ਗੈਂਗਸਟਰ ਨੂੰ ਜਾਂ ਪੈਸੇ ਦੇ ਕੇ ਜਿਹੜਾ ਕਿ ਕਿਸੇ ਦੇ ਖਿਲਾਫ ਕੁਝ ਕਰਵਾਇਆ ਜਾਂਦਾ। ਇਸ ਤਰੀਕੇ ਦੇ ਨਾਲ ਹੀ ਜਿਹੜਾ ਕਿ ਪੁਲਿਸ ਨੂੰ ਜਿਹੜੇ ਕੁਝ ਸਰਮਾਏਦਾਰ ਲੋਕ ਨੇ ਜਾਂ ਪੁੱਛ ਪ੍ਰਤੀਤ ਵਾਲੇ, ਉਹ ਪੁਲਿਸ ਅਫਸਰਾਂ ਨੂੰ ਪੈਸੇ ਦੇ ਕੇ ਜਿਹੜਾ ਕਿ ਕੁਝ ਵੀ ਕਰਵਾ ਸਕਦੇ ਆ। ਇਹ ਘਟਨਾ ਜਿਹੜੀ ਹੈ ਉਸਦੀ ਇੱਕ ਜਿਉਂਦੀ ਜਾਗਦੀ ਮਿਸਾਲ ਜਿਹੜੀ ਆ ਇਹ ਸਾਹਮਣੇ ਆ, ਜਿਹਦੇ ਵਿੱਚ ਲੋਕਤੰਤਰ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਪੁਲਿਸ ਦੇ ਸਾਹਮਣੇ ਬੇਵੱਸ ਨਜ਼ਰ ਆਉਂਦੇ ਆ। ਜੀ ਭਾਈ ਸਾਹਿਬ, ਇਹ ਜਦੋਂ ਅਸੀਂ ਘਟਨਾ ਦੇਖਦੇ ਹਾਂ, ਤੁਸੀਂ ਇਹਦੇ ਬਿਹਾਈਂਡ ਇੱਕ ਨਵੀਂ ਸਟੋਰੀ ਜਿਹੜੀ ਹੈਗੀ ਹੈ ਉਹ ਦੱਸਦੇ ਹੋ ਕਿ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਜਿਹੜਾ ਕਾਰਨ ਹੈਗਾ ਉਹ ਕੋਈ ਆਮ ਗੱਲ ਨਾ ਹੋ ਕੇ ਇੱਕ ਡਰਾਉਣ ਧਮਕਾਉਣ ਦੀ ਜਿਹੜੀ ਗੱਲ ਹੈਗੀ ਹੈ ਜਾਂ ਪੁਲਿਸ ਦੇ ਮੂੰਹ ਨੂੰ ਲਹੂ ਲੱਗੇ ਹੋਣ ਦੀ ਤੁਸੀਂ ਗੱਲ ਕੀਤੀ ਹੈ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਾਂ ਇਹੋ ਜਿਹੀ ਸਥਿਤੀ ਦੇ ਵਿੱਚ ਜਦੋਂ ਲੋਕ ਇਨਸਾਫ ਦੀ ਗੱਲ ਕਰਦੇ ਆ ਜਾਂ ਇਸ ਪਰਿਵਾਰ ਵੱਲੋਂ ਹੁਣ ਜਿਹੜੀ ਹਾਈ ਕੋਰਟ ਤੱਕ ਪਹੁੰਚ ਵੀ ਕੀਤੀ ਗਈ ਹੈ, ਕੀ ਲੱਗਦਾ ਹੈ ਕਿ ਜਿੱਥੇ ਪੁਲਿਸ ਦਾ ਰਵੱਈਆ ਇਹ ਹੋਵੇ ਤੇ ਜਦੋਂ ਉਹਨਾਂ ਦੀ ਕੰਪਲੇਂਟ ਦੇ ਉੱਤੇ ਪੁਲਿਸ ਜਿਹੜੀ ਅਣਪਛਾਤੀ ਪੁਲਿਸ ਕਹਿ ਕੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਹੋਵੇ ਤੇ ਉੱਥੇ ਇਨਸਾਫ ਦੀ ਕੀ ਉਮੀਦ ਬਚਦੀ ਹੈ? ਨਹੀਂ, ਬਿਲਕੁਲ। ਚਲੋ, ਇਹ ਹਾਈ ਕੋਰਟ ਦੇ ਵਿੱਚ ਪਰਿਵਾਰ ਵੱਲੋਂ ਪਹੁੰਚ ਕੀਤੀ ਗਈ ਆ, ਕਰਨੀ ਵੀ ਚਾਹੀਦੀ ਆ, ਪਰ ਜਿਹੜਾ ਜਿਸ ਵਰਤਾਰੇ ਦੀ ਆਪਾਂ ਗੱਲ ਕੀਤੀ ਹੈ ਨਾ ਕਿ ਜਦੋਂ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਸੀ, ਉਸ ਵੇਲੇ ਜਿਹੜੀ ਆ ਕਿ ਪੁਲਿਸ ਜੱਜਾਂ ਨੂੰ ਵੀ ਕੁਝ ਨਹੀਂ ਸਮਝਦੀ ਰਹੀ ਜੀ। ਅਸੀਂ ਜਿਹੜਾ ਨਾ ਕਈ ਏਦਾਂ ਦੀਆਂ ਜਿਹੜੀਆਂ ਉਸ ਦੌਰ ਦੇ ਵਿੱਚ ਮਿਸਾਲਾਂ ਨੇ ਜਦੋਂ ਆਮ ਤੌਰ ਤੇ ਜੇਲ੍ਹਾਂ ਦੇ ਵਿੱਚੋਂ ਨੌਜਵਾਨਾਂ ਨੂੰ ਪੁਲਿਸ ਦੇ ਰਿਮਾਂਡ ਤੇ ਲਿਆਂਦਾ ਜਾਂਦਾ ਸੀ, ਤੇ ਆਮ ਤੌਰ ਤੇ ਜਦੋਂ ਕਿ ਜੇਲ੍ਹ ਦੇ ਵਿੱਚ ਕਿਸੇ ਦਾ ਵੀ ਰਿਮਾਂਡ ਲੈਣ ਪੁਲਿਸ ਜਾਂਦੀ ਸੀ, ਕਿਉਂਕਿ ਇਹ ਉਸ ਵੇਲੇ ਆਮ ਗੱਲ ਸੀ ਕਿ ਜੇਲ੍ਹ ਦੇ ਵਿੱਚੋਂ ਰਿਮਾਂਡ ਤੇ ਲਿਆਂਦਾ ਜਾਂਦਾ ਸੀ ਨੌਜਵਾਨ ਨੂੰ, ਤੇ ਉਸ ਤੋਂ ਬਾਅਦ ਜਿਹੜਾ ਅਖਬਾਰ ਦੇ ਵਿੱਚ ਖਬਰ ਆਉਂਦੀ ਸੀਗੀ ਕਿ ਉਹਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਤੇ ਉਹਨੂੰ ਛਡਾਉਣ ਦੇ ਲਈ ਉਹਦੇ ਕੁਝ ਸਾਥੀਆਂ ਨੇ ਪੁਲਿਸ ਦੇ ਉੱਤੇ ਗੋਲੀ ਚਲਾ ਦਿੱਤੀ ਤੇ ਪੁਲਿਸ ਨੇ ਜਵਾਬੀ ਗੋਲੀ ਚਲਾਈ, ਜਿਹਦੇ ਵਿੱਚ ਉਹ ਬੰਦਾ ਜਿਹੜਾ ਕਿ ਉਹ ਮਾਰਿਆ ਗਿਆ। ਤੇ ਇਹਦੇ ਕਾਰਨ ਜਿਹੜਾ ਕਿ ਜਦੋਂ ਵੀ ਕਿਸੇ ਨੌਜਵਾਨ ਦਾ ਰਿਮਾਂਡ ਲੈਣ ਜਾਂਦੀ ਸੀ ਪੁਲਿਸ, ਤੇ ਉਹ ਆਪਣੀ ਸੁਰੱਖਿਆ ਦੇ ਲਈ ਜੱਜ ਨੂੰ ਇਹ ਕਹਿ ਦਿੰਦੇ ਸੀਗੇ ਕਿ ਮੈਨੂੰ ਬੇੜੀਆਂ ਪਾ ਕੇ ਲਿਜਾਇਆ ਜਾਵੇ ਜੀ, ਕਿਉਂਕਿ ਆਮ ਤੌਰ ਤੇ ਵੀ ਪੁਲਿਸ ਇਹ ਬਹਾਨਾ ਬਣਾ ਸਕਦੀ ਹੈ ਕਿ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਤੇ ਅਜਿਹੀਆਂ ਮਿਸਾਲਾਂ, ਅਜਿਹੇ ਗਵਾਹ ਮੌਜੂਦ ਨੇ ਜਿਹੜੇ ਜੱਜ ਦੇ ਹੁਕਮ ਤੇ ਜਿਨ੍ਹਾਂ ਨੂੰ ਬੇੜੀਆਂ ਪਾ ਕੇ ਜੇਲ੍ਹ ਦੇ ਵਿੱਚੋਂ ਲਿਆਂਦਾ ਗਿਆ ਜੀ, ਤੇ ਉਸ ਤੋਂ ਬਾਅਦ ਉਹਨਾਂ ਦੀਆਂ ਬੇੜੀਆਂ ਥਾਣੇ ਦੇ ਵਿੱਚ ਕੱਟੀਆਂ ਗਈਆਂ, ਉਹਨਾਂ ਦੇ ਉੱਤੇ ਥਾਣੇ ਦੇ ਵਿੱਚ ਟਾਰਚਰ ਕੀਤਾ ਗਿਆ ਤੇ ਫਿਰ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਤੇ ਕੋਈ ਜੱਜ ਕੁਝ ਨਹੀਂ ਕਰ ਸਕਿਆ, ਕੋਈ ਹਕੂਮਤ ਕੁਝ ਨਹੀਂ ਕਰ ਸਕੀ। ਤੇ ਉਹ ਦੌਰ ਜਿਹੜਾ ਕਿ ਅਸਲ ਵਿੱਚ ਉਹਨਾਂ ਨੂੰ ਯਾਦ ਆ ਪੁਲਿਸ ਅਫਸਰਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਜੱਜਾਂ ਨੂੰ ਦਬਕਾਉਣਾ ਜਾਂ ਚੁਣੇ ਹੋਏ ਨੁਮਾਇੰਦੇ ਜਿਹੜੇ ਉਹਨਾਂ ਨੂੰ ਕਿਵੇਂ ਦਬਕਾ ਕੇ ਰੱਖਣਾ। ਤੁਸੀਂ ਵੇਖੋ ਵੀ ਇਹ ਜਿਵੇਂ ਅਣਪਛਾਤੀ ਪੁਲਿਸ ਦਾ ਜਿਹੜਾ ਇਹਨਾਂ ਨੇ ਕੀਤਾ ਕੇਸ, ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਅਣਪਛਾਤੀ ਪੁਲਿਸ। ਤੇ ਜਦੋਂ SSP ਪਰਮਪਾਲ ਸਿੰਘ ਜਿਹੜਾ ਕਿ ਉਹਨੂੰ ਪੁੱਛਿਆ ਪੱਤਰਕਾਰਾਂ ਨੇ ਵੀ ਅਣਪਛਾਤੀ ਪੁਲਿਸ ਦਾ ਕੀ ਮਤਲਬ ਆ, ਤੇ ਉਹਦਾ ਜਵਾਬ ਜਿਹੜਾ ਕਹਿੰਦਾ ਕਿ ਔਰਤ ਨੇ ਕਿਸੇ ਪੁਲਿਸ ਵਾਲੇ ਦਾ ਨਾਮ ਨਹੀਂ ਲਿਆ। ਹੁਣ ਪੁਲਿਸ ਜਿਹੜੀ ਆਉਂਦੀ ਆ ਕਿਸੇ ਦੂਜੇ ਏਰੀਏ ਦੇ ਵਿੱਚੋਂ, ਆਮ ਅਸੀਂ ਜੇ ਸਾਡੇ ਘਰ ਦੇ ਕਿਸੇ ਦੇ ਸਾਹਮਣੇ ਠਾਣਾ ਹੋਵੇ ਤੇ ਮੇਰੇ ਖਿਆਲ ਪਿੰਡ ਦੀ ਕਿਸੇ ਜਿਹੜੇ ਉਹ ਗੁਆਂਢ ਦੇ ਵਿੱਚ ਰਹਿੰਦੀਆਂ ਔਰਤਾਂ ਜਿਹੜੀਆਂ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਪੁਲਿਸ ਵਾਲੇ ਕੌਣ ਨੇ, ਇਹਨਾਂ ਦੇ ਕੀ ਨਾਮ ਨੇ। ਤੇ ਇੱਕ ਹੋਰ ਥਾਂ ਤੋਂ ਆਈ ਪੁਲਿਸ ਦਾ ਕਿਵੇਂ ਨਾਮ ਕਿਵੇਂ ਦੱਸ ਸਕਦੀ ਹੈ, ਤੇ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਆ ਜੀ ਕਿ ਉਸ ਗੱਡੀ ਦਾ ਨੰਬਰ ਦੇ ਆਧਾਰ ਤੇ ਜਿਹੜੀ CCTV ਕੈਮਰਿਆਂ ਦੀ ਫੁਟੇਜ ਜਿਹੜੀ ਉਹਦੇ ਆਧਾਰ ਦੇ ਉੱਤੇ ਤੇ ਉਹਨਾਂ ਦੇ ਬਾਈ ਨੇਮ ਜਿਹੜਾ ਕਿ ਕੇਸ ਰਜਿਸਟਰ ਕੀਤਾ ਜਾਂਦਾ ਹੈ, ਪੁਲਿਸ ਦੀ ਜ਼ਿੰਮੇਵਾਰੀ ਸੀ, ਨਾ ਕਿ ਉਸ ਔਰਤ ਨੇ ਦੱਸਣਾ ਸੀ ਕਿ ਉਹਨਾਂ ਦੇ ਨਾਮ ਕੀ ਨੇ। ਜੀ ਜੀ, ਬਿਲਕੁਲ। ਜਿਹੜੀ ਇਹ ਗੱਲ ਹੈਗੀ ਹੈ ਇੱਕ ਹਾਸੋਹੀਣੀ ਗੱਲ ਵੀ ਜਾਪਦੀ ਹੈ ਕਿ
ਆਪਣੀ ਜਿਹੜੀ ਕਾਰਵਾਈ ਹੈਗੀ ਆ ਉਹ ਕਰਨ ਦੀ ਥਾਂ ਤੇ ਇਹ ਗੱਲ ਕਹਿ ਕੇ ਪੱਲਾ ਝਾੜ ਦੇਣਾ ਕਿ ਉਹਨਾਂ ਨੇ ਜਿਹੜੇ ਪੀੜਤ ਹੈਗੇ ਉਹਨਾਂ ਨੇ ਨਾਮ ਨਹੀਂ ਦੱਸਿਆ ਤੇ ਇਸ ਕਰਕੇ ਜਿਹੜਾ ਹੈਗਾ ਅਸੀਂ ਨਾਮ ਅਣਪਛਾਤੀ ਪੁਲਿਸ ਕਹਿ ਕੇ ਹੀ ਜਿਹੜਾ ਕੇਸ ਹੈਗਾ ਉਹ ਰਜਿਸਟਰ ਕੀਤਾ। ਪਰ ਇੱਕ ਗੱਲ ਮੈਂ ਮੁੜ ਕੇ ਤੁਹਾਡੇ ਇਸ ਗੱਲ ਦੇ ਵੱਲ ਆਵਾਂ, ਜਿਵੇਂ ਤੁਸੀਂ ਪੁਰਾਣੇ ਦੌਰ ਦੀ ਗੱਲ ਕੀਤੀ ਹੈ, ਜਿਸ ਦੌਰ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਹੜੇ ਪੰਜਾਬ ਦੀ ਨੌਜਵਾਨੀ ਹੈਗੀ ਹੈ ਉਹਦਾ ਘਾਣ ਕੀਤਾ ਗਿਆ। ਇੱਦਾਂ ਦੀ ਮਿਸਾਲ ਜਦੋਂ ਅਸੀਂ ਦੇਖਦੇ ਹਾਂ ਤਾਂ ਇੱਕ ਕੇਸ ਸਾਡੇ ਸਾਹਮਣੇ ਰੀਸੈਂਟਲੀ ਵੀ ਆਇਆ ਜਿੱਥੇ ਇੱਕ 15 ਸਾਲ ਦੇ ਨੌਜਵਾਨ ਮੁੰਡੇ ਨੂੰ ਮਾਰ ਮੁਕਾਇਆ ਗਿਆ ਸੀ 1992 ਦੇ ਵਿੱਚ। ਤੇ ਉਸ ਕੇਸ ਦੇ ਵਿੱਚ 26 ਸਾਲ ਬੀਤਣ ਦੇ ਬਾਅਦ ਰੀਸੈਂਟਲੀ ਅਦਾਲਤ ਵੱਲੋਂ ਜਿਹੜੇ ਦੋਸ਼ੀ ਪੁਲਿਸ ਵਾਲੇ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨੇ, ਉਹਨਾਂ ਨੂੰ ਜਿਹੜਾ ਹੈਗਾ ਉਹ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ, ਜਦਕਿ ਉਹਦੇ ਵਿੱਚ ਜਿਹੜਾ ਉਸ ਕੇਸ ਦੇ ਵਿੱਚ ਮੇਨ ਅਕਿਊਜ਼ਡ ਸੀ ਉਹਦੀ ਮੌਤ ਹੋ ਚੁੱਕੀ ਹੈ। ਸੋ ਜਿੱਥੇ 26 ਸਾਲ ਬਾਅਦ ਇਹ ਗੱਲ ਸਾਡੇ ਸਾਹਮਣੇ ਆਈ ਹੈ, ਸੋ ਪੁਲਿਸ ਦੀ ਅਸੀਂ ਅਟਰੋਸਿਟੀਜ਼ ਦੀ ਜਾਂ ਪੁਲਿਸ ਦੀ ਜਿਹੜੀ ਧੱਕੇਸ਼ਾਹੀ ਹੈਗੀ ਹੈ ਉਹਦੀ ਗੱਲ ਕਰ ਰਹੇ ਹਾਂ, ਪੰਜਾਬ ਪੁਲਿਸ ਦੀ ਖਾਸ ਤੌਰ ਤੇ। ਸੋ ਜਿਹੜਾ ਇਹ ਕੇਸ ਹੈਗਾ ਇਹਨੂੰ ਵੀ ਕਿਤੇ ਨਾ ਕਿਤੇ ਤੁਸੀਂ ਇਹਦੇ ਨਾਲ ਰਿਲੇਟ ਕਰਕੇ ਦੇਖਦੇ ਹੋ? ਹਾਂ ਬਿਲਕੁਲ, ਜਿਹੜਾ ਕਿ ਜਿਵੇਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਿਹੜੇ ਕੇਸ ਸਾਹਮਣੇ ਲਿਆਂਦੇ, ਅਸਲ ਵਿੱਚ ਸਾਡੇ ਨੋਟਿਸ ਵਿੱਚ ਹੁਣ ਤੱਕ ਜਿੰਨੀਆਂ ਵੀ ਮਾਵਾਂ ਜਿਹੜੀਆਂ ਕਿ ਜਿਨ੍ਹਾਂ ਦੇ ਪੁੱਤ ਮਾਰ ਦਿੱਤੇ ਗਏ, ਲਾਪਤਾ ਕਰ ਦਿੱਤੇ ਗਏ, ਉਹ ਆਉਂਦੀਆਂ ਜੀ। ਤੇ ਬੜੀ ਇੱਕ ਜਿਹੜੀ ਆ ਕਿ ਤਰਾਸਦੀ ਆ ਕਿ ਉਹਨਾਂ ਦੇ ਗੱਭਰੂ ਪੁੱਤ ਜਿਹੜੇ ਨੇ ਘਰਾਂ ਤੋਂ ਫੜੇ ਗਏ, ਉਹਨਾਂ ਨੂੰ ਖੋਹਿਆ ਗਿਆ ਥਾਣਿਆਂ ਦੇ ਵਿੱਚ ਤੇ ਉਹਨਾਂ ਨੂੰ ਮਾਰਿਆ ਵੀ ਗਿਆ, ਪਰ ਇਹਦੇ ਬਾਵਜੂਦ ਜਿਹੜਾ ਕਿ ਉਹਨਾਂ ਨੂੰ ਦੱਸਿਆ ਵੀ ਨਹੀਂ ਗਿਆ ਕਿ ਤੁਹਾਡਾ ਪੁੱਤ ਜਿਹੜਾ ਮਾਰ ਦਿੱਤਾ ਗਿਆ। ਅਜੇ ਤੱਕ ਕਈ ਮਾਵਾਂ ਜਿਹੜੀਆਂ ਨੇ ਉਹ ਇਸ ਆਸ ਦੇ ਵਿੱਚ ਨੇ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਕਿ ਸਾਡਾ ਪੁੱਤ ਜਿਉਂਦਾ ਹੋਵੇ, ਕਿਸੇ ਜੇਲ੍ਹ ਦੇ ਵਿੱਚ ਹੋਵੇ, ਕਿਸੇ ਥਾਣੇ ਦੇ ਵਿੱਚ, ਕਿਉਂਕਿ ਥਾਣਿਆਂ ਦੇ ਵਿੱਚ ਆਮ ਮਹੀਨਿਆਂ ਸਾਲਾਂ ਬੱਧੀ ਵੀ ਇਹੀ ਮਿਸਾਲਾਂ ਮਿਲਦੀਆਂ ਕਿ ਜਦੋਂ ਰੱਖਿਆ ਗਿਆ ਨੌਜਵਾਨਾਂ ਨੂੰ। ਹਾਲਾਂਕਿ ਥਾਣੇ ਦੇ ਵਿੱਚ ਕਾਨੂੰਨ ਦੇ ਮੁਤਾਬਕ 24 ਘੰਟੇ ਤੋਂ ਵੱਧ ਨਹੀਂ ਸੀ ਰੱਖਿਆ ਜਾ ਸਕਦਾ, ਪਰ ਅਜਿਹੀਆਂ ਬਹੁਤ ਮਿਸਾਲਾਂ ਨੇ ਕਿ ਮਹੀਨਿਆਂ ਬੱਧੀ ਜਿਹੜਾ ਕਿ ਥਾਣਿਆਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਰਿਹਾ। ਇਸ ਕਰਕੇ ਜਿਹੜਾ ਕਿ ਇਹ ਇੱਕ ਵਰਤਾਰਾ ਜਿਹੜਾ ਕਿ ਇਸ ਤਰੀਕੇ ਦਾ ਵਰਤਦਾ ਰਿਹਾ, ਉਹਨਾਂ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਤੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਲਵਾਰਸ ਕਹਿ ਕੇ ਸਾੜੀਆਂ ਗਈਆਂ। ਹਾਲਾਂਕਿ ਜਦੋਂ ਉਹਨਾਂ ਦਾ ਸੰਸਕਾਰ ਲਵਾਰਸ ਲਾਸ਼ ਸ਼ੋਅ ਕਰਕੇ ਜਿਹੜਾ ਕੀਤਾ ਜਾਂਦਾ ਸੀ, ਪਰ ਉੱਥੇ ਜਦੋਂ ਸ਼ਮਸ਼ਾਨ ਘਾਟ ਦੇ ਰਜਿਸਟਰ ਦੇ ਵਿੱਚ ਜਿਹੜਾ ਕਿ ਉਹ ਨਾਮ ਪਤੇ ਸਾਰਾ ਕੁਝ ਉਹਨਾਂ ਦਾ ਦਰਜ ਹੁੰਦਾ ਸੀ, ਜਿਹਦੇ ਆਧਾਰ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਦੋਂ ਇਹ ਜਾਂਚ ਸ਼ੁਰੂ ਕੀਤੀ ਤੇ 25,000 ਲਾਸ਼ਾਂ ਜਿਹੜੀਆਂ ਕਿ ਲਵਾਰਸ ਕਹਿ ਕੇ ਸਾੜੀਆਂ ਗਈਆਂ ਸੀ, ਉਹਨਾਂ ਦਾ ਸੱਚ ਜਿਹੜਾ ਸਾਹਮਣੇ ਆਇਆ। ਇਹ ਜਿਹੜਾ ਕੇਸ ਹੈ ਇਹ ਉਹਨਾਂ ਕੇਸਾਂ ਦੇ ਵਿੱਚੋਂ ਇੱਕ ਹੈ। 15 ਸਾਲ ਦਾ ਬੱਚਾ ਅਸਲ ਵਿੱਚ, ਕਿਉਂਕਿ ਆਮ ਤੌਰ ਤੇ ਬਾਲਗ ਜਿਹੜਾ ਕਿ ਹਿੰਦੁਸਤਾਨੀ ਕਾਨੂੰਨ ਦੇ ਮੁਤਾਬਕ ਵੀ 18 ਸਾਲ ਦੇ ਜਿਹੜਾ ਲੜਕੇ ਨੂੰ ਕਿਹਾ ਜਾਂਦਾ ਤੇ ਉਹਦੀ ਉਮਰ ਸਿਰਫ 15 ਸਾਲ ਸੀ, ਜਿਹਨੂੰ ਉਹਦੇ ਘਰ ਦੇ ਵਿੱਚੋਂ ਚੱਕਿਆ ਗਿਆ ਪੁਲਿਸ ਵੱਲੋਂ ਤੇ ਬਿਆਸ ਥਾਣੇ ਦੇ ਵਿੱਚ ਰੱਖ ਕੇ ਉੱਥੇ ਟਾਰਚਰ ਕੀਤਾ ਜਾਂਦਾ ਰਿਹਾ। ਉਸ ਤੋਂ ਬਾਅਦ ਉਹਦਾ ਮੁਕਾਬਲਾ ਸ਼ੋਅ ਕੀਤਾ ਗਿਆ ਤੇ ਲਾਸ਼ ਜਿਹੜੀ ਉਹਦੀ ਉਸੇ ਤਰ੍ਹਾਂ ਜਿਵੇਂ ਹੋਰ ਬਾਕੀ ਨੌਜਵਾਨਾਂ ਦੀਆਂ ਸਾੜੀਆਂ ਜਾਂਦੀਆਂ ਸੀ ਤੇ ਲਾਵਾਰਸ ਕਹਿ ਕੇ ਸਾੜੀ ਗਈ। ਤੇ ਇਹ ਜਿੰਨੀਆਂ ਵੀ ਅਖਬਾਰਾਂ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਆਇਆ, ਉਹਦੇ ਵਿੱਚ ਇਹ ਗੱਲ ਜਿਹੜੀ ਆ ਮੇਨ ਆ ਕਿ ਰਾਮ ਲਵਾਇਆ ਇੰਸਪੈਕਟਰ ਜਿਹੜਾ ਸੀਗਾ, ਉਹਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਜਿਹੜੀ ਆ ਤੇ ਉਹਦੇ ਵੱਲੋਂ ਜਿਹੜਾ ਕਿ ਉਸ ਨੌਜਵਾਨ ਨੂੰ ਚੱਕਿਆ ਗਿਆ ਜੀ। ਪਰ ਜਿਹੜੀ ਸਜ਼ਾ ਹੋਈ ਆ ਉਹ 2 ਅਫਸਰਾਂ ਨੂੰ ਹੇਠਲੇ ਲੈਵਲ ਤੇ ਹੋਈ ਆ ਤੇ ਉਹਦਾ ਕਾਰਨ ਇਹ ਆ ਕਿ ਉਹ ਰਾਮ ਲਵਾਇਆ ਜਿਹੜਾ ਕਿ ਉਹਦੀ ਮੌਤ ਹੋ ਚੁੱਕੀ ਆ। ਮੌਤ ਹੋ ਚੁੱਕੀ ਮਤਲਬ ਕਿ ਉਹਨੂੰ ਕੋਈ ਸਜ਼ਾ ਨਹੀਂ ਮਿਲੀ, ਉਹ ਆਪਣੀ ਜ਼ਿੰਦਗੀ ਜਿਹੜੀ ਆ ਕਿ ਪੂਰੀ ਭੋਗ ਕੇ ਜਿਹੜਾ ਕਿ ਇਸ ਦੁਨੀਆ ਦੇ ਇੱਥੋਂ ਗਿਆ। ਇਹ ਇੱਥੇ ਜਿਹੜੀ ਆ ਉਹ ਗੱਲ ਜਿਹੜੀ ਆ ਕਿ ਪੂਰੀ ਤਰ੍ਹਾਂ ਢੁੱਕਦੀ ਹੈ ਕਿ ਦੇਰ ਦੇ ਨਾਲ ਮਿਲਿਆ ਇਨਸਾਫ ਜਿਹੜਾ ਉਹ ਇਨਸਾਫ ਨਹੀਂ ਹੁੰਦਾ। ਇਸ ਨੂੰ ਅਸੀਂ ਇਨਸਾਫ ਨਹੀਂ ਕਹਿ ਸਕਦੇ ਕਿ ਮੁੱਖ ਅਫਸਰ ਮੁੱਖ ਦੋਸ਼ੀ ਜਿਹੜਾ ਕਿ ਉਹ ਆਪਣੀ ਪੂਰੀ ਉਮਰ ਭੋਗ ਕੇ ਚਲਾ ਗਿਆ ਤੇ ਬਾਕੀ ਜਿਹੜੇ ਨੇ ਹੇਠਲੇ ਲੈਵਲ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਵੀ ਸਜ਼ਾ ਦੇ ਲਈ 26 ਸਾਲ ਤੱਕ ਜਿਹੜਾ ਕਿ ਉਸ ਮਾਂ ਨੂੰ ਉਡੀਕ ਕਰਨੀ ਪਈ। ਤੇ ਇਹ ਵੀ ਅਸੀਂ ਇੱਕ ਕ੍ਰਿਸ਼ਮਾ ਹੀ ਕਹਿ ਸਕਦੇ ਹਾਂ ਕਿ 26 ਸਾਲ ਜਿਹੜਾ ਕਿ, ਕਿਉਂਕਿ ਇੰਨੇ ਲੰਮੇ ਸਮੇਂ ਦੇ ਵਿੱਚ ਅਕਸਰ ਜਿਹੜੇ ਵਿਕਟਮ ਨੇ ਜਿਨ੍ਹਾਂ ਨੇ ਕੇਸ ਕੀਤਾ ਉਹ ਬਜ਼ੁਰਗ ਮਾਵਾਂ ਜਿਹੜੀਆਂ, ਤੇ ਉਹ ਵੀ ਕਈ ਕੇਸਾਂ ਦੇ ਵਿੱਚ ਏਦਾਂ ਹੋਇਆ ਕਿ ਉਹ ਇਨਸਾਫ ਨੂੰ ਉਡੀਕਦੀਆਂ ਜਿਹੜੀਆਂ ਕਿ ਖੁਦ ਵੀ ਇਸ ਦੁਨੀਆ ਦੇ ਉੱਤੋਂ ਚਲੀਆਂ ਗਈਆਂ। ਜੀ ਬਿਲਕੁਲ,
ਬਲਜੀਤ ਸਿੰਘ ਜੀ, ਇਹ ਜਿਹੜੇ ਦੋਵੇਂ ਕੇਸ ਹੈਗੇ ਆ, ਜੇ ਅਸੀਂ ਪੁਲਿਸ ਦਾ ਰੋਲ ਜਿਹੜਾ ਹੈਗਾ ਉਹਦੀ ਗੱਲ ਕਰਨੀ ਹੋਵੇ, ਉਹਨੂੰ ਜਦੋਂ ਦੇਖਦੇ ਹਾਂ ਤਾਂ ਇਹਨਾਂ ਸਾਰੇ ਦਹਾਕਿਆਂ ਦੇ ਵਿੱਚ ਕੋਈ ਤਬਦੀਲੀ ਨਜ਼ਰ ਆਉਂਦੀ ਹੈ? ਜਦੋਂ ਉਦੋਂ ਪੁਲਿਸ ਦਾ ਜੋ ਵਰਤਾਰਾ ਸੀ ਤੇ ਅੱਜ ਜਿਹੜਾ ਪੁਲਿਸ ਦਾ ਵਰਤਾਰਾ ਹੈਗਾ, ਅਸੀਂ ਇੱਕ 26 ਸਾਲ ਪੁਰਾਣੇ ਕੇਸ ਦੀ ਗੱਲ ਕਰ ਰਹੇ ਹਾਂ ਜਿੱਥੇ ਅਣਪਛਾਤੀ ਕਹਿ ਕੇ ਜਾਂ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਇੱਕ 15 ਸਾਲ ਦੇ ਨੌਜਵਾਨ ਨੂੰ ਕਤਲ ਕਰ ਦਿੱਤਾ ਜਾਂਦਾ ਪੁਲਿਸ ਵੱਲੋਂ, ਤੇ ਅੱਜ ਪੁਲਿਸ ਜਿਹੜੀ ਹੈਗੀ ਹੈ ਇੱਕ ਔਰਤ ਦੇ ਨਾਲ, ਇੱਕ ਮਾਸੂਮ ਔਰਤ ਦੇ ਨਾਲ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈਗਾ, ਉਹਨਾਂ ਦੇ ਨਾਲ ਇਹ ਵਰਤਾਰਾ ਕੀਤਾ ਜਾਂਦਾ ਕਿ ਉਹਨਾਂ ਨੂੰ ਗੱਡੀ ਦੇ ਉੱਪਰ ਬਿਠਾ ਕੇ ਉੱਪਰ ਉਹਨਾਂ ਨੂੰ ਬੰਨ੍ਹ ਕੇ ਜਿਹੜਾ ਹੈਗਾ 3 ਕਿਲੋਮੀਟਰ ਤੱਕ ਘੁਮਾਇਆ ਜਾਂਦਾ ਹੈ, ਡਰਾਉਣ ਦੇ ਲਈ, ਧਮਕਾਉਣ ਦੇ ਲਈ, ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾਂਦਾ। ਕੀ ਫਰਕ ਕੋਈ ਨਜ਼ਰ ਆਉਂਦਾ ਕੋਈ ਇਹਨਾਂ ਦੋਵਾਂ ਕੇਸਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ? ਇਸ ਸਮੇਂ ਦੇ ਵਿੱਚ ਕੋਈ ਤਬਦੀਲੀ ਹੋਈ ਹੈ? ਹਾਂ, ਫਰਕ ਜੇ ਅਸੀਂ ਕਹੀਏ ਤੇ ਫਰਕ ਸਿਰਫ ਇੰਨਾ ਕਿਹਾ ਜਾ ਸਕਦਾ ਕਿ ਉਸ ਵੇਲੇ ਕਿਹਾ ਜਾਂਦਾ ਸੀ ਕਿ ਪੰਜਾਬ ਇੱਕ ਗੜਬੜਗ੍ਰਸਤ ਇਲਾਕਾ ਜੀ, ਤੇ ਇਸ ਵੇਲੇ ਇਹ ਦਾਅਵਾ ਕੀਤਾ ਜਾਂਦਾ ਕਿ ਪੰਜਾਬ ਦੇ ਵਿੱਚ ਸ਼ਾਂਤੀ ਆ। ਪਰ ਪੁਲਿਸ ਦੀ ਮਾਨਸਿਕਤਾ ਜਿਹੜੀ ਆ, ਪੁਲਿਸ ਅਫਸਰਾਂ ਦੀ ਮਾਨਸਿਕਤਾ ਜਿਹੜੀ ਉਹ ਉਸੇ ਹੀ ਤਰ੍ਹਾਂ ਉੱਤੇ ਹੀ ਖਲੋਤੀ ਆ ਜੇ, ਤੇ ਉਹਨਾਂ ਦੇ ਕੋਲ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੂੰ ਕਿਹਾ ਜਾਂਦਾ, ਜਾਂ ਇੱਥੋਂ ਤੱਕ ਕਿ ਮੁੱਖ ਮੰਤਰੀ ਜਿਹੜਾ ਉਹਨੂੰ ਵੀ ਡਰਾਉਣ ਦੇ ਲਈ ਕਈ ਹੱਥਕੰਡੇ ਉਹਨਾਂ ਦੇ ਹੁੰਦੇ ਆ ਜੀ। ਤੇ ਜਿਸ ਵੇਲੇ ਉਹਨਾਂ ਨੂੰ ਡਰਾਉਣਾ ਹੋਵੇ ਤੇ ਇਹ ਆਮ ਤੌਰ ਤੇ ਪੁਲਿਸ ਵੱਲੋਂ ਕਹਿ ਦਿੱਤਾ ਜਾਂਦਾ ਕਿ ਕੁਝ ਗਰੁੱਪ ਜਿਹੜੇ ਨੇ ਪੰਜਾਬ ਦੇ ਵਿੱਚ, ਮਿਲੀਟੈਂਟ ਗਰੁੱਪ ਜਿਹੜੇ ਨੇ, ਉਹ ਵਾਰਦਾਤਾਂ ਦੀ ਜਿਹੜੀ ਪਲੈਨਿੰਗ ਬਣਾ ਰਹੇ, ਉਹ ਤੁਹਾਡੇ ਕਤਲ ਦੀ ਜਿਹੜੀ ਪਲੈਨਿੰਗ ਬਣਾਈ ਜਾ ਰਹੀ ਹੈ, ਤੇ ਉਹ ਇੱਕ ਡਰ ਪੈਦਾ ਕਰ ਦੇ ਵਿੱਚ ਪੁਲਿਸ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਦੀ ਹੈ ਤਾਂ ਕਿ ਪੁਲਿਸ ਨੂੰ ਕੁਝ ਵੀ ਕਰਨ ਦੀ ਜਿਹੜੀ ਖੁੱਲੀ ਛੁੱਟੀ ਉਹ ਮਿਲੀ ਰਵੇ ਜੀ। ਤੇ ਇਹ ਕੇਸ ਜਿਹੜਾ ਅਸੀਂ ਵੇਖਿਆ ਹੀ ਆ ਕਿ ਕਿਸ ਤਰ੍ਹਾਂ ਉਹਨਾਂ ਦੇ ਹੌਸਲੇ ਨੇ ਵਧੇ ਹੋਏ। ਇੱਕ ਉਹ ਪਰਿਵਾਰ ਜਿਹੜਾ ਉਹ ਬੀਬੀ ਜਿਹਦਾ ਸਾਰਾ ਪਿੰਡ ਦਾ ਸਾਬਕਾ ਸਰਪੰਚ ਆ, ਕਿ ਉਹਦੇ ਨਾਲ ਜਿਹੜਾ ਕਿ ਉਸ ਬੀਬੀ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਪੁਲਿਸ ਵੱਲੋਂ ਕੀਤਾ ਗਿਆ, ਤੇ ਇਹ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਪੁਲਿਸ ਦੀ ਮਾਨਸਿਕਤਾ ਜਿਹੜੀ ਹੈ ਕਿ ਅੱਜ ਵੀ ਉੱਥੇ ਦੀ ਉੱਥੇ ਹੀ ਖਲੋਤੀ ਹੈ ਜੀ। ਇਹ ਸਾਰੇ ਪਾਰਟ ਦੇ ਵਿੱਚ ਕੋਈ ਮੈਸੇਜ, ਕੋਈ ਸੰਦੇਸ਼ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦੇ ਲਈ, ਜਦੋਂ ਅਸੀਂ ਪੰਜਾਬ ਵੱਲ ਦੇਖਦੇ ਹਾਂ ਜਾਂ ਪੰਜਾਬ ਦੇ ਹਾਲਾਤਾਂ ਵੱਲ ਦੇਖਦੇ ਹਾਂ, ਤਾਂ ਅਸੀਂ ਉਹਦੇ ਵਿੱਚ ਉਹਨੂੰ ਸੁਧਾਰਨ ਦੇ ਲਈ ਕੀ ਯੋਗਦਾਨ ਪਾ ਸਕਦੇ ਹਾਂ, ਕੀ ਕੀਤਾ ਜਾ ਸਕਦਾ? ਇਹਦੇ ਲਈ ਇਹੀ ਆ ਕਿ ਜਿਹੜੇ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਆ ਜਾਂ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ, ਆਮ ਤੌਰ ਤੇ ਵੈਸੇ ਮਨੁੱਖੀ ਹੱਕਾਂ ਲਈ ਲੜਾਈ ਲੜ ਰਹੇ ਨੇ ਕਈ ਵਕੀਲ ਜਿਹੜੇ ਨੇ ਅਦਾਲਤਾਂ ਦੇ ਵਿੱਚ ਕੇਸ ਲੜਦੇ ਆ, ਤੇ ਪਰ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਕਿ ਉਸ ਸਿਸਟਮ ਦੇ ਅਧੀਨ ਆ, ਜਿਹੜਾ ਸਿਸਟਮ ਕਿਸੇ ਘੱਟ ਗਿਣਤੀ ਨੂੰ ਕੁਚਲਣ ਦੇ ਲਈ ਪੁਲਿਸ ਨੂੰ ਹੱਕ ਦਿੰਦਾ, ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਦੇ ਦਿੰਦਾ, ਉਹਨਾਂ ਨੂੰ ਕੁਝ ਵੀ ਕਰਨ ਦੇ ਜਿਹੜੇ ਖੁੱਲੀ ਛੁੱਟੀ ਦੇ ਦਿੱਤੀ ਜਾਂਦੀ ਹੈ। ਇਸ ਕਰਕੇ ਇਸ ਸਿਸਟਮ ਤੋਂ ਬਾਹਰ ਜਿਹੜਾ ਕਿ ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਨੇ, ਮੀਡੀਆ ਜਿਹੜਾ ਕਿ ਵੱਧ ਤੋਂ ਵੱਧ ਜਿਹੜਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਾਂ ਪੀੜਤਾਂ ਦੀ ਆਵਾਜ਼ ਜਿਹੜੀ ਹੈ ਉਹ ਉਹਨਾਂ ਤੱਕ ਪਹੁੰਚਾਈ ਜਾਵੇ, ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਤੱਕ ਜਿਹੜੀਆਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਧ ਤੋਂ ਵੱਧ ਪਹੁੰਚਾਈਆਂ ਜਾਣ। ਵਿਦੇਸ਼ੀ ਮੀਡੀਆ ਦੇ ਵਿੱਚ ਜਿਹੜੀਆਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ ਨੂੰ ਲਿਆਂਦਾ ਜਾਵੇ, ਤੇ ਇਹਦੇ ਨਾਲ ਜਿਹੜਾ ਕਿ ਇੱਕ ਪ੍ਰੈਸ਼ਰ ਜਿਹੜਾ ਇੱਥੋਂ ਦੇ ਸਿਸਟਮ ਦੇ ਉੱਤੇ, ਇੱਥੋਂ ਦੀ ਹਕੂਮਤ ਦੇ ਉੱਤੇ ਉਹ ਪੈ ਸਕਦਾ, ਜਿਹਦੇ ਨਾਲ ਇਹ ਆਸ ਹੋ ਸਕਦੀ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਦਾ ਡਰ ਜਿਹੜਾ ਕਿ ਉਹ ਉਹਨਾਂ ਦੇ ਅੰਦਰ ਪੈਦਾ ਹੋਵੇ ਜੀ। ਬਿਲਕੁਲ। ਸੋ ਬਲਜੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਤੇ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦਾ ਜਿਹੜਾ ਸਾਡਾ ਸ਼ੋਅ ਦਾ ਸਮਾਂ ਹੈਗਾ ਉਹ ਸਮਾਪਤ ਹੁੰਦਾ ਇੱਥੇ ਹੀ, ਤੇ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਇਹ ਅੱਜ ਦੀ ਸਾਡੀ ਗੱਲਬਾਤ ਸੀ, ਤੁਹਾਨੂੰ ਜ਼ਰੂਰ ਇਹਦੇ ਵਿੱਚੋਂ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ, ਕੁਝ ਪਸੰਦ ਜ਼ਰੂਰ ਆਈ ਹੋਵੇਗੀ। ਸੋ ਅੰਤ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਹੈ, TV84 ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ
ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।